ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਮੈਂ ਹਾਂ ਦਵਿੰਦਰ ਸਿੰਘ, ਐਸਐਸਟੀ ਮਾਸਟਰ ਐਟ ਗਵਰਨਮੈਂਟ ਹਾਈ ਸਕੂਲ ਕੋਟ ਮਹਿਤਾਬ, ਰਈਆ 1 ਡਿਸਟ੍ਰਿਕਟ ਅੰਮ੍ਰਿਤਸਰ। ਪਿਆਰੇ ਵਿਦਿਆਰਥੀਓ, ਜੋ ਅਸੀਂ MCQs ਡਿਸਕਸ ਕਰ ਰਹੇ ਸੀ, ਇਹ ਉਸ MCQs ਦਾ ਥਰਡ ਪਾਰਟ ਹੈ। ਪਹਿਲੇ ਦੋ ਵੀਡੀਓ ਦੇ ਵਿੱਚ ਅਸੀਂ ਪਹਿਲੇ 30 ਪ੍ਰਸ਼ਨ ਨੇ ਜੋ ਉਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਿਆ ਸੀ, ਡਿਸਕਸ ਕਰਿਆ ਸੀ, ਸਮਝਿਆ ਸੀ। ਤਾਂ ਜਿਹੜੇ ਨੈਕਸਟ ਕੁਐਸਚਨਸ ਆਉਂਦੇ ਨੇ ਬਹੁਤ ਹੀ ਇੰਪੋਰਟੈਂਟ ਨੇ ਤੁਹਾਡੇ NTSC ਐਗਜ਼ਾਮੀਨੇਸ਼ਨ ਦੇ ਵਿਊ ਪੁਆਇੰਟ ਤੋਂ। ਇਹ ਬਹੁਤ ਹੀ ਇੰਪੋਰਟੈਂਟ ਨੇ। ਸੋ ਆਓ ਇਹਨਾਂ ਨੂੰ ਵੀ ਅਸੀਂ ਡਿਸਕਸ ਕਰਦੇ ਇਸ ਵੀਡੀਓ ਦੇ ਵਿੱਚ। ਸੋ ਇਹ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਅਖੀਰ ਤੱਕ। ਪ੍ਰਸ਼ਨ ਨੰਬਰ 31, ਗੰਗਾ ਬ੍ਰਹਮਪੁੱਤਰ ਨਦੀ ਦਾ ਸਰੂਪ ਕਿਹੋ ਜਿਹਾ ਹੈ? ਹਾਊ ਇਜ਼ ਦਾ ਡਰੇਨੇਜ ਪੈਟਰਨ ਆਫ ਗੰਗਾ ਬ੍ਰਹਮਪੁੱਤਰਾ ਰਿਵਰ? ਤਾਂ ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਕਿ ਡਿਫਰੈਂਟ ਟਾਈਪ ਦੇ ਜਿਹੜੇ ਡਰੇਨੇਜ ਪੈਟਰਨ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ, ਜਿਸ ਤਰ੍ਹਾਂ ਡੰਡੀਦਾਰ ਅਪਰਵਾਹ, ਸਮਾਨਾਂਤਰ ਅਪਰਵਾਹ, ਜਾਲੀਨੁਮਾ, ਚੱਕਰੀ, ਹੈ ਨਾ। ਇਹ ਤੁਹਾਡੇ ਜਿਹੜੇ ਹੈਗੇ ਨੇ ਪਾਠਕ੍ਰਮ ਉਹਦੇ ਵਿੱਚ ਵੀ ਹੈਗੇ ਨੇ ਇਹ। ਤਾਂ ਇਸ ਦੇ ਵਿੱਚ ਅਸੀਂ ਦੱਸਣਾ ਕਿ ਜਿਹੜੀ ਗੰਗਾ ਬ੍ਰਹਮਪੁੱਤਰਾ ਰਿਵਰ, ਉਸ ਦਾ ਡਰੇਨੇਜ ਜਿਹੜਾ ਪੈਟਰਨ ਹੈ ਕਿਸ ਤਰ੍ਹਾਂ ਦਾ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਡੰਡੀਦਾਰ। ਡੰਡੀਦਾਰ ਦੇ ਮੀਨਿੰਗ ਕੀ ਆ ਕਿ ਇਹ ਇੱਕ ਆਕਿਰਤੀ ਹੁੰਦੀ ਹੈ ਜਿਸ ਦੇ ਵਿੱਚ ਕੀ ਨੇ, ਇੱਕ ਸਾਨੂੰ ਦਰਖਤ ਦੀ ਤਰ੍ਹਾਂ ਨਦੀ ਆ ਜਿਹੜੀ ਵਹਿੰਦੀ ਹੋਈ ਦਿਖਾਈ ਦਿੰਦੀ ਆ। ਇਸ ਤਰ੍ਹਾਂ ਜਿਹੜੀਆਂ ਨਦੀਆਂ ਨੇ ਆਪਸ ਦੇ ਵਿੱਚ ਜੁੜਦੀਆਂ ਰਹਿੰਦੀਆਂ ਨੇ, ਅਤੇ ਇਹ ਕੀ ਆ, ਇੱਕ ਦਰਖਤ ਦੀ ਤਰ੍ਹਾਂ ਸਾਨੂੰ ਦਿਖਾਈ ਦਿੰਦੀਆਂ ਨੇ। ਕਿਉਂਕਿ ਜਿਹੜੀ ਗੰਗਾ ਬ੍ਰਹਮਪੁੱਤਰਾ ਰਿਵਰ ਨੇ, ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਨੇ ਸਹਾਇਕ ਨਦੀ ਇਹਦੇ ਵਿੱਚ ਮਿਲਦੀਆਂ ਨੇ ਆ ਕੇ, ਅਤੇ ਲਾਸਟ ਦੇ ਵਿੱਚ ਜਾ ਕੇ ਇਹ ਬੇ ਆਫ ਬੰਗਾਲ ਦੇ ਵਿੱਚ ਆ ਜਿਹੜਾ ਸੁੰਦਰਬਨ ਨਾਂ ਦਾ ਇੱਕ ਡੈਲਟਾ ਬਣਾਉਂਦੀਆਂ ਨੇ ਆਪਸ ਦੇ ਵਿੱਚ, ਫਿਰ ਦੋਹੇ ਮਿਲ ਜਾਂਦੀਆਂ ਨੇ। ਅਤੇ ਜੇ ਅਸੀਂ ਓਵਰਆਲ ਇਹਨਾਂ ਦਾ ਸਰੂਪ ਦੇਖਦੇ ਹਾਂ ਤਾਂ ਸੈਟੇਲਾਈਟ ਇਮੇਜ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਤਾਂ ਇਹਨਾਂ ਦਾ ਪੈਟਰਨ ਹੈ ਉਹ ਡੰਡੀਦਾਰ ਅਪਰਵਾਹ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ। 32, ਹੇਠਾਂ ਦਿੱਤੀਆਂ ਨਦੀਆਂ ਵਿੱਚੋਂ ਕਿਹੜੀਆਂ ਨਦੀਆਂ ਦਾ ਸਰੂਪ ਸਮਾਨ ਅੰਤਰ ਪ੍ਰਵਾਹ ਹੈ? ਵਿਚ ਆਫ ਦਾ ਫੋਲੋਇੰਗ ਰਿਵਰ ਹੈਜ਼ ਅ ਸਿਮਿਲਰ ਡਰੇਨੇਜ ਪੈਟਰਨ? ਤਾਂ ਅਸੀਂ ਦੇਖਣਾ ਕਿ ਸਿਮਿਲਰ ਡਰੇਨੇਜ ਪੈਟਰਨ ਕਿਹੜੀਆਂ ਨਦੀਆਂ ਦਾ ਹੈ। ਤਾਂ ਇੱਥੇ ਦੇਖੋ, ਗੰਗਾ ਬ੍ਰਹਮਪੁੱਤਰ ਨਦੀ ਦਾ ਸਰੂਪ ਵੀ ਅਸੀਂ ਦੇਖ ਲਿਆ, ਇਹਨਾਂ ਦਾ ਕੀ ਹੈ, ਡੰਡੀਦਾਰ ਹੈ। ਇਸ ਤਰ੍ਹਾਂ ਇੱਥੇ ਇਹਨਾਂ ਦਾ ਨਹੀਂ ਹੈ। ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ ਇਹ ਹੋ ਸਕਦਾ ਹੈ। ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਦਾ ਸਰੂਪ, ਨਰਮਦਾ, ਸੋਨ, ਮਹਾਨਦੀ, ਅਮਰਕਟਕ ਤੋਂ ਨਿਕਲਣ ਵਾਲੀ ਨਦੀ ਦਾ ਸਰੂਪ। ਤਾਂ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਹੈ ਆਪਸ਼ਨ ਬੀ, ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ। ਰਿਵਰਸ ਆਫ ਵੈਸਟਰਨ ਘਾਟਸ, ਜਿਹੜੀ ਇੱਥੋਂ ਨਦੀਆਂ ਵਹਿੰਦੀਆਂ ਨੇ ਉਹ ਕਿੱਥੇ ਡਿੱਗਦੀਆਂ ਨੇ ਜਾ ਕੇ, ਬੇ ਆਫ ਬੰਗਾਲ ਦੇ ਵਿੱਚ। ਤਾਂ ਇਹ ਜਿਹੜੀ ਇਹਨਾਂ ਦੀ ਇੱਥੋਂ ਨਦੀਆਂ ਨਿਕਲਦੀਆਂ, ਉਹਨਾਂ ਦਾ ਜਿਹੜਾ ਸਰੂਪ ਹੈ ਸਾਨੂੰ ਸਮਾਨ ਅੰਤਰਾ ਸਰੂਪ ਆ ਜਿਹੜਾ ਦੇਖਣ ਨੂੰ ਮਿਲਦਾ ਹੈ। ਇੱਕੋ ਤਰ੍ਹਾਂ ਦਾ ਸਰੂਪ ਆ ਜਿਹੜਾ ਸਾਨੂੰ ਦਿਖਾਈ ਦਿੰਦਾ ਹੈ। 33, ਕਿਸ ਨਦੀ ਦਾ ਜਨਮ ਸਥਾਨ ਤਿੱਬਤ ਵਿਖੇ ਮਾਨਸਰੋਵਰ ਝੀਲ ਦੇ ਨੇੜੇ ਬੋਖਰਛੂ ਗਲੇਸ਼ੀਅਰ ਵਿੱਚੋਂ ਹੁੰਦਾ ਹੈ? ਤਾਂ ਹੁਣ ਇੱਥੇ ਅਸੀਂ ਦੇਖਣਾ ਕਿ ਮਾਨਸਰੋਵਰ ਝੀਲ ਆ ਜਿਹੜੀ ਤਿੱਬਤ ਦੇ ਵਿੱਚ, ਉੱਥੇ ਬੋਖਰਛੂ ਗਲੇਸ਼ੀਅਰ ਆ ਜਿਹੜਾ, ਉੱਥੇ ਕਿਹੜੀ ਆ ਜਿਹੜੀ ਨਦੀ ਜਨਮ ਲੈਂਦੀ ਹੈ? ਤਾਂ ਸਾਡੇ ਜਿਹੜੇ ਡਰੇਨੇਜ ਸਿਸਟਮ ਦੇ ਵਿੱਚ ਨੇ ਨਦੀਆਂ ਕਾਫੀ ਜ਼ਿਆਦਾ ਜਿਹੜੀ ਹੈਗੀਆਂ ਨੇ ਪਹਾੜਾਂ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਸਿੰਧ। ਸਿੰਧ ਦਰਿਆ ਹੈ, ਇੰਦਸ ਜਿਹੜੀ ਰਿਵਰ ਹੈ ਸਾਡੀ ਮਾਨਸਰੋਵਰ ਝੀਲ ਦੇ ਨੇੜੇ ਆ, ਜਿਹੜੀ ਗਲੇਸ਼ੀਅਰ ਬੋਖਰਛੂ ਇੱਥੋਂ ਨਿਕਲਦੀ ਹੈ। 34, ਗੰਗਾ ਕਿਹੜੀ ਨਦੀ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਬਣਾਉਂਦੀ ਹੈ? ਹੁਣ ਗੰਗਾ ਦੀ ਸਭ ਤੋਂ ਜਿਹੜੀ ਸਹਾਇਕ ਨਦੀ ਇੰਪੋਰਟੈਂਟ ਹੈ ਉਹ ਹੈ ਬ੍ਰਹਮਪੁੱਤਰ, ਜਿਸ ਦੇ ਨਾਲ ਲਾਸਟ ਦੇ ਵਿੱਚ ਇਹ ਬੇ ਆਫ ਬੰਗਾਲ ਦੇ ਵਿੱਚ ਜਿਹੜਾ ਜਦ ਡਿੱਗਦੀਆਂ ਨੇ ਦੋਵੇਂ ਨਦੀਆਂ, ਤਾਂ ਇਹ ਇੱਕ ਸੁੰਦਰਬਨ ਨਾਂ ਦਾ ਡੈਲਟਾ ਬਣਾਉਂਦੀ ਹੈ, ਜਿਹੜਾ ਕਿ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਡੈਲਟਾ ਕੀ ਹੁੰਦਾ? ਜਿੱਥੇ ਕਿ ਨੇ ਨਦੀਆਂ ਆਪਦਾ ਜੋ ਉਹਨਾਂ ਨੇ ਭਾਰ ਚੱਕਿਆ ਹੁੰਦਾ ਹੈ ਚਟਾਨਾਂ ਦਾ, ਰੇਤ ਬਜਰੀ, ਉਹ ਕੀ ਕਰਦੀਆਂ ਨੇ ਸਮੁੰਦਰ ਦੇ ਵਿੱਚ ਜਾ ਕੇ ਢਹਿ ਢੇਰੀ ਕਰ ਦਿੰਦੇ ਨੇ। ਅਤੇ ਜਿਹੜੀ ਉਹ ਮਿੱਟੀ ਹੁੰਦੀ ਹੈ ਉਪਜਾਊ, ਉੱਥੇ ਕੀ ਇੱਕ ਆਕਿਰਤੀ ਬਣ ਜਾਂਦੀ ਹੈ ਉਪਜਾਊ, ਉਸ ਨੂੰ ਅਸੀਂ ਡੈਲਟਾ ਕਹਿੰਦੇ ਹਾਂ। ਇਸ ਤਰ੍ਹਾਂ ਹੁੰਦਾ ਇਹ ਇਹਦਾ ਰਿਵਰ ਆ। ਆਹ ਜਿਹੜੀ ਹੈਗੀਆਂ ਨੇ ਇਹਨਾਂ ਦੇ ਵਿੱਚ ਮਿੱਟੀ ਆ, ਕੰਕਰ ਵਗੈਰਾ ਨੇ, ਇਹ ਜਿਹੜੀ ਆਕਿਰਤੀ ਇਹ ਡੈਲਟਾ ਖਵਾਉਂਦੀ ਹੈ।
ਇਸ ਦਾ ਸਹੀ ਆਨਸਰ ਆਪਸ਼ਨ ਡੀ ਬ੍ਰਹਮਪੁੱਤਰ। ਫਿਰ 35, ਕਿਹੜੀ ਨਦੀ ਨੂੰ ਤਿੱਬਤ ਵਿੱਚ ਸਾਂਗਪੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਵਿਚ ਰਿਵਰ ਇਜ਼ ਨੋਨ ਐਜ਼ ਸਾਂਗਪੋ ਰਿਵਰ ਇਨ ਤਿੱਬਤ। ਇਹ ਵੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਇਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਜਿਹੜੇ ਨੇ ਕੁਐਸਚਨ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਬ੍ਰਹਮਪੁੱਤਰ। ਹੁਣ ਜਿਹੜੀ ਬ੍ਰਹਮਪੁੱਤਰ ਰਿਵਰ ਨੂੰ ਇੰਡੀਆ ਦੇ ਵਿੱਚ ਅਸੀਂ ਬ੍ਰਹਮਪੁੱਤਰ ਕਹਿੰਦੇ ਹਾਂ ਰਿਵਰ ਨੂੰ, ਪਰ ਇਸੇ ਤਰ੍ਹਾਂ ਤਿੱਬਤ ਆ ਜਿਹੜਾ, ਤਿੱਬਤ ਦੇ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ? ਸਾਂਗਪੋ। ਤੁਸੀਂ ਯਾਦ ਰੱਖਣਾ ਕਿ ਸਾਂਗਪੋ ਨਦੀ ਦਾ ਇੰਡੀਆ ਦੇ ਵਿੱਚ ਨਾਮ ਬ੍ਰਹਮਪੁੱਤਰ ਨਦੀ ਹੈ। 36, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਨਦੀ ਡੈਲਟਾ ਨਹੀਂ ਬਣਾਉਂਦੀ ਪਰੰਤੂ ਐਸਚੂਰੀ ਬਣਾਉਂਦੀ ਹੈ? ਤਾਂ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਰਿਵਰ ਸਿਸਟਮ ਹੈ ਉਸ ਦੇ ਵਿੱਚ ਜਿਹੜੀ ਆ ਨਦੀ ਆ ਬੇ ਆਫ ਬੰਗਾਲ ਦੇ ਵਿੱਚ ਡਿੱਗਦੀਆਂ ਨੇ, ਉਹ ਕੀ ਨੇ? ਡੈਲਟਾ ਬਣਾਉਂਦੀਆਂ ਨੇ। ਜਿਹੜੀਆਂ ਨਦੀਆਂ ਅਰੇਬੀਅਨ ਸੀ ਦੇ ਵਿੱਚ ਡਿੱਗਦੀਆਂ ਨੇ ਜਾ ਕੇ, ਉਹ ਡੈਲਟਾ ਨਹੀਂ ਬਣਾਉਂਦੀਆਂ। ਤਾਂ ਸਾਨੂੰ ਪਤਾ ਹੈ ਕਿ ਐਸਚੂਰੀ ਕੀ ਹੁੰਦੀ ਹੈ? ਉਹ ਡੈਲਟਾ ਦੀ ਤਰ੍ਹਾਂ ਨਹੀਂ ਹੁੰਦੀ, ਉਹ ਇੱਕ ਕੀਪ ਦੀ ਸ਼ਕਲ ਦੇ ਵਿੱਚ ਹੁੰਦੀ ਹੈ ਜਿੱਥੇ ਕਿ ਨੇ ਨਦੀਆਂ ਜਾ ਕੇ ਡਿੱਗਦੀਆਂ ਨੇ ਅਤੇ ਉਹ ਧਰਤੀ ਨੂੰ ਜਿਹੜਾ ਹੈਗੇ ਨੇ ਪਾਰਟਸ ਨੂੰ ਉਹ ਕੱਟ ਦਿੰਦੀਆਂ ਨੇ। ਤਾਂ ਇਸ ਤਰ੍ਹਾਂ ਦੀ ਜਿਹੜੀ ਆਕ੍ਰਿਤੀ ਹੈ ਸਾਨੂੰ ਦੇਖਣ ਨੂੰ ਮਿਲਦੀ ਹੈ। ਹੇਠਾਂ ਲਿਖਿਆਂ ਵਿੱਚ ਕਿਹੜੀ ਨਦੀ ਡੈਲਟਾ ਨਹੀਂ ਬਣਾਉਂਦੀ? ਐਸਚੂਰੀ ਬਣਾਉਂਦੀ ਹੈ। ਤਾਂ ਦੇਖੋ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਨਰਮਦਾ ਨਦੀ, ਕਿਉਂਕਿ ਗੋਦਾਵਰੀ ਨਦੀ, ਕਾਵੇਰੀ ਨਦੀ, ਮਹਾਨਦੀ ਇਹ ਕੀ ਨੇ? ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀਆਂ ਨੇ। ਇਹ ਸਾਰੀਆਂ ਨਦੀਆਂ ਕੀ ਨੇ? ਡੈਲਟਾ ਬਣਾਉਂਦੀਆਂ ਨੇ। ਜਦੋਂ ਕਿ ਨਰਮਦਾ ਨਦੀ ਹੈ ਜਿਹੜੀ, ਇਹ ਅਰੇਬੀਅਨ ਸੀ ਦੇ ਵਿੱਚ ਜਾ ਕੇ ਡਿੱਗਦੀ ਹੈ, ਇਹ ਡੈਲਟਾ ਨਹੀਂ ਬਣਾਉਂਦੀ। ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ ਨਰਮਦਾ। ਇਸ ਤੋਂ ਅੱਗੇ ਹੈ 37, ਜੋ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਅਤੇ ਰਸਤੇ ਵਿੱਚ ਅਲੋਪ ਹੋ ਜਾਂਦੀਆਂ ਹਨ, ਅਜਿਹੀਆਂ ਨਦੀਆਂ ਭਾਰਤ ਦੇ ਕਿਹੜੇ ਜਲ ਤੰਤਰ ਦਾ ਹਿੱਸਾ ਹਨ? ਜਿਹੜੀਆਂ ਡਿਸਅਪੀਅਰਸ ਹੋ ਜਾਂਦੀਆਂ ਨੇ, ਮਰਜ ਹੋ ਜਾਂਦੀਆਂ ਨੇ ਸੀ ਤੋਂ ਪਹੁੰਚਣ ਤੋਂ ਪਹਿਲਾਂ, ਅਤੇ ਕਿਹੜੇ ਵਾਟਰ ਸਿਸਟਮ ਦਾ ਇੰਡੀਆ ਦੇ ਵਿੱਚ ਇਹ ਹਿੱਸਾ ਹਨ? ਅਸੀਂ ਦੇਖਣੀਆਂ ਨੇ ਵੀ ਜਿਹੜੀਆਂ ਨਦੀਆਂ ਕੀ ਨੇ ਸਮੁੰਦਰ ਤੱਕ ਨਹੀਂ ਪਹੁੰਚਦੀਆਂ। ਹੁਣ ਫਸਟ ਹੈ ਹਿਮਾਲਿਅਨ ਨਦੀ ਤੰਤਰ। ਇਹਦੀਆਂ ਸਾਰੀਆਂ ਨਦੀਆਂ ਨੇ ਜਿਹੜੀਆਂ ਸਮੁੰਦਰ ਦੇ ਵਿੱਚ ਜਾਂਦੀਆਂ ਨੇ। ਕੰਟੀਨੈਂਟਲ ਰਿਵਰ ਸਿਸਟਮ ਇਸ ਤਰ੍ਹਾਂ ਦਾ ਵੀ ਦੇਖਣ ਨੂੰ ਮਿਲਦਾ ਹੈ। ਪੈਨੀਸੂਲਰ ਜਿਹੜੀਆਂ ਨਦੀਆਂ ਨੇ ਗੰਗਾ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਇਹ ਬੇ ਆਫ ਬੰਗਾਲ ਦੇ ਵਿੱਚ ਡਿੱਗਦੀਆਂ ਨੇ। ਤਾਂ ਇੱਥੇ ਇੱਕ ਲਾਸਟ ਸਾਡੇ ਕੋਲ ਆਪਸ਼ਨ ਬਚਦੀ ਹੈ ਇੰਟਰਨਲ ਰਿਵਰ ਸਿਸਟਮ, ਅੰਦਰੂਨੀ ਜਲ ਤੰਤਰ। ਤਾਂ ਅੰਦਰੂਨੀ ਜਲ ਤੰਤਰ ਦੀ ਜਿਹੜੀਆਂ ਨਦੀਆਂ ਨੇ ਉਹ ਧਰਤੀ ਦੇ ਏਰੀਏ ਦੇ ਵਿੱਚ ਹੀ ਰਹਿੰਦੀਆਂ ਨੇ, ਨਾ ਉਹ ਕਿਸੇ ਝੀਲ ਦੇ ਵਿੱਚ ਜਾ ਕੇ ਡਿੱਗਦੀਆਂ ਨੇ, ਨਾ ਹੀ ਉਹ ਬੇ ਆਫ ਬੰਗਾਲ ਦੇ ਵਿੱਚ ਜਾਂ ਅਰੇਬੀਅਨ ਸੀ ਦੇ ਵਿੱਚ ਜਾ ਕੇ ਡਿੱਗਦੀਆਂ ਨੇ। ਤਾਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਅੰਦਰੂਨੀ ਜਲ ਤੰਤਰ ਅਖਵਾਉਂਦਾ ਹੈ। ਜਿਹੜੀਆਂ ਨਦੀਆਂ ਕੀ ਨੇ ਸਮੁੰਦਰ ਤੱਕ ਨਹੀਂ ਪਹੁੰਚਦੀਆਂ, ਰਸਤੇ ਦੇ ਵਿੱਚ ਹੀ ਅਲੋਪ ਹੋ ਜਾਂਦੀਆਂ ਨੇ। 38, ਮੈਂ ਕੁਦਰਤੀ ਝੀਲ ਨਹੀਂ ਹਾਂ ਅਤੇ ਮਨੁੱਖ ਦੁਆਰਾ ਬਣਾਈ ਗਈ ਹਾਂ, ਕੀ ਤੁਸੀਂ ਮੈਨੂੰ ਜਾਣਦੇ ਹੋ? ਤਾਂ ਇੱਥੇ ਕੀ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਕਿ ਸਾਡੇ ਕੋਲ ਇੱਕ ਨੈਚੁਰਲ ਜਿਹੜੀ ਲੇਕ ਆ ਨਹੀਂ ਹੈਗੀ ਅਤੇ ਹਿਊਮਨ ਦੇ ਦੁਆਰਾ ਉਹ ਲੇਕ ਆ ਜਿਹੜੀ ਬਣਾਈ ਗਈ, ਅਸੀਂ ਉਸ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰਾਂਗੇ? ਤਾਂ ਅਸੀਂ ਦੱਸਣੀ ਹੈ ਕਿ ਉਹ ਲੇਕ ਕਿਹੜੀ ਹੈ। ਜਿਹੜੀ ਬੁੱਲਰ ਲੇਕ ਹੈ ਇਹ ਵੀ ਨੈਚੁਰਲ ਲੇਕ ਹੈ, ਸਾਂਬਰ ਲੇਕ ਹੈ ਨੈਚੁਰਲ ਲੇਕ ਹੈ, ਗੋਬਿੰਦ ਸਾਗਰ ਝੀਲ ਇਹ ਨੈਚੁਰਲ ਲੇਕ ਨਹੀਂ ਹੈ, ਚਿਲਕਾ ਝੀਲ ਇਹ ਵੀ ਨੈਚੁਰਲ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਗੋਬਿੰਦ ਸਾਗਰ ਝੀਲ। ਗੋਬਿੰਦ ਸਾਗਰ ਝੀਲ ਕੀ ਹੈ? ਇੱਕ ਜਿਹੜੀ ਹੈਗੀ ਹੈ ਨੈਚੁਰਲ ਲੇਕ ਨਹੀਂ ਹੈ, ਮੈਨ ਮੇਡ ਲੇਕ ਹੈ ਅਤੇ ਇਹ ਮਨੁੱਖ ਦੁਆਰਾ ਬਣਾਈ ਗਈ ਹੈ। ਜਿਹੜਾ ਸਾਡਾ ਸਤਲੁਜ ਅਤੇ ਰਿਵਰ ਹੈ, ਜਿੱਥੇ ਕੀ ਆ ਭਾਖੜਾ ਬੰਨ੍ਹ ਸਾਨੂੰ ਦੇਖਣ ਨੂੰ ਮਿਲਦਾ ਹੈ, ਉਸ ਦੇ ਰਸਤੇ ਦੇ ਵਿੱਚ ਇਹ ਝੀਲ ਆ ਬਣਾਈ ਗਈ ਹੈ ਪਾਣੀ ਸਟੋਰ ਕਰਨ ਦੇ ਲਈ। ਅਤੇ ਸਾਡੇ ਜੋ 10ਵੇਂ ਪਿਤਾ ਸੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਨਾਮ ਦੇ ਉੱਪਰ ਆ ਜਿਹੜਾ ਇਹ ਡੈਮ ਦਾ ਨਾਮ ਰੱਖਿਆ ਗਿਆ ਹੈ ਗੋਬਿੰਦ ਸਾਗਰ। ਇਸ ਤਰ੍ਹਾਂ ਦੇ ਕੁਐਸਚਨ ਵੀ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦਾ ਸਹੀ ਆਨਸਰ ਆਪਸ਼ਨ ਸੀ ਹੈ। 39, ਭਾਰਤ ਦੀ ਕਿਹੜੀ ਨਦੀ ਨੂੰ ਦੱਖਣੀ ਭਾਰਤ ਦੀ ਬੁੱਢੀ ਗੰਗਾ ਕਿਹਾ ਜਾਂਦਾ ਹੈ? ਵਿਚ ਰਿਵਰ ਆਫ ਸਾਊਥ ਇੰਡੀਆ ਇਜ਼ ਨੋਨ ਐਜ ਓਲਡ ਗੰਗਾ। ਓਲਡ ਗੰਗਾ ਕਿਹੜੀ ਰਿਵਰ ਨੂੰ ਅਸੀਂ ਸਾਊਥ ਇੰਡੀਆ ਦੇ ਵਿੱਚ ਕਿਹੜੀ ਰਿਵਰ ਨੂੰ ਹੈ ਜਿਹੜੀ ਓਲਡ ਗੰਗਾ ਕਹਿੰਦੇ ਹਾਂ? ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਗੋਦਾਵਰੀ। ਗੋਦਾਵਰੀ ਨਦੀ ਕੀ ਆ? ਕਾਫੀ ਜ਼ਿਆਦਾ ਲੰਮੀ ਨਦੀ ਹੈ ਅਤੇ ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਭਾਰਤ ਦੀ ਬੁੱਢੀ ਗੰਗਾ ਕਹਿੰਦੇ ਹਾਂ, ਦੱਖਣੀ ਭਾਰਤ ਦੀ ਬੁੱਢੀ ਗੰਗਾ। ਵੀ ਬਹੁਤ ਜ਼ਿਆਦਾ ਟਾਈਮ ਤੋਂ ਇਹ ਪੁਰਾਣੀ ਨਦੀ ਆ, ਕਾਫੀ ਜ਼ਿਆਦਾ ਓਲਡ ਰਿਵਰ ਹੈ ਅਤੇ ਇਹ ਭਾਰਤ ਦੀ ਦੱਖਣੀ ਭਾਰਤ ਦੀ ਬੁੱਢੀ ਗੰਗਾ ਜਿਹੜੀ ਆ ਅਖਵਾਉਂਦੀ ਹੈ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਨਦੀ ਦਾ ਪ੍ਰਵਾਹ ਪੱਛਮ ਵੱਲ ਨਹੀਂ ਹੈ? ਹੁਣ ਅਸੀਂ ਦੇਖਣਾ ਕਿ ਕਿਹੜੀ ਨਦੀ ਦਾ ਪ੍ਰਵਾਹ ਜਿਹੜਾ ਪੱਛਮ ਦਿਸ਼ਾ ਵੱਲ ਨਹੀਂ ਹੈ। ਤਾਂ ਇੱਥੇ ਆਪਸ਼ਨ ਹੈ ਨਰਮਦਾ, ਤਾਪਤੀ, ਗੋਦਾਵਰੀ, ਲੂਣੀ।
ਤਾਂ ਹੁਣ ਦੇਖੋ ਬੇਟਾ, ਅਸੀਂ ਜਿੱਦਾਂ ਪਹਿਲਾਂ ਡਿਸਕਸ ਕਰਿਆ ਸੀ ਕਿ ਨਰਮਦਾ ਨਦੀ ਵੀ ਪੱਛਮ ਵੱਲ ਵਹਿੰਦੀ ਹੈ, ਤਾਪਤੀ ਨਦੀ ਵੀ ਪੱਛਮ ਵੱਲ ਵਹਿੰਦੀ ਹੈ, ਜਿਹੜੀ ਲੂਣੀ ਨਦੀ ਹੈ ਇਹ ਵੀ ਪੱਛਮ ਵੱਲ ਵਹਿੰਦੀ ਹੈ। ਤਾਂ ਜਿਹੜੀ ਗੋਦਾਵਰੀ ਨਦੀ ਹੈ ਇਸ ਦਾ ਫਲੋ ਹੈ ਈਸਟ ਵੱਲ, ਅਤੇ ਇਹ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀ ਹੈ। ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਗੋਦਾਵਰੀ, ਜਿਹੜੀ ਕੀ ਹੈ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀ ਹੈ, ਅਤੇ ਇਸ ਦਾ ਫਲੋ ਆ ਜਿਹੜਾ ਪੱਛਮ ਵੱਲ ਨਹੀਂ ਹੈ ਬਲਕਿ ਈਸਟ ਵੱਲ ਹੈ, ਪੂਰਬ ਵੱਲ ਹੈ। ਇਸੇ ਤਰ੍ਹਾਂ ਸਾਡੇ ਕੋਲ ਐਪਲੀਕੇਸ਼ਨ ਬੇਸਡ ਜਿਹੜੇ ਕੁਐਸਚਨ ਨੇ ਉਹ ਵੀ ਹਨ। 41 ਕੰਬਰ ਸੈਨ ਅਤੇ ਉਸ ਦਾ ਦੋਸਤ ਧਰਮਵੀਰ ਮੱਧ ਪ੍ਰਦੇਸ਼ ਵਿੱਚ ਜਬਲਪੁਰ ਵਿਖੇ ਘੁੰਮਣ ਗਏ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਕੀ ਹੈ, ਇੱਕ ਪਲੇਸ ਜਿਸ ਦਾ ਨਾਮ ਕੀ ਹੈ, ਜਬਲਪੁਰ। ਉੱਥੇ ਉਹਨਾਂ ਨੇ ਇੱਕ ਨਦੀ ਉੱਪਰ ਧੂਆਂ ਧਾਰ ਨਾਂ ਦਾ ਖੂਬਸੂਰਤ ਝਰਨਾ ਵੇਖਿਆ। ਤਾਂ ਉਹਨਾਂ ਨੇ ਕੀ ਦੇਖਦੇ ਨੇ ਉੱਥੇ, ਉਹ ਬਿਊਟੀਫੁਲ ਜਿਹੜਾ ਧੂਆਂਦਾਰ ਫਾਲ ਆ, ਜਿਹੜਾ ਇੱਕ ਝਰਨਾ ਨੇ, ਉਹਨੂੰ ਦੇਖਦੇ ਨੇ। ਧਰਮਵੀਰ ਸੋਚਣ ਲੱਗ ਪਿਆ ਕਿ ਇਹ ਕਿਹੜੀ ਨਦੀ ਹੋ ਸਕਦੀ ਹੈ। ਹੁਣ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹ ਮੱਧ ਪ੍ਰਦੇਸ਼ ਦੇ ਵਿੱਚ ਹੈਗੇ ਨੇ ਅਤੇ ਉੱਥੇ ਉਹ ਘੁੰਮ ਰਹੇ ਨੇ ਜਬਲਪੁਰ ਦੇ ਵਿੱਚ। ਉੱਥੇ ਇੱਕ ਜਿਹੜੀ ਨਦੀ ਵਹਿੰਦੀ ਹੈ, ਜਿਹੜੀ ਕਿ ਇੱਕ ਧੂਆਂਧਾਰ ਨਾਂ ਦਾ ਝਰਨਾ ਜਿਹੜੀ ਆ ਬਣਾਉਂਦੀ ਹੈ। ਤਾਂ ਉਹ ਸੋਚਦੇ ਨੇ ਵੀ ਇਹ ਕਿਹੜੀ ਨਦੀ ਹੋ ਸਕਦੀ ਹੈ। ਤਾਂ ਅਸੀਂ ਕੀ ਹੈ ਇੱਥੇ ਆਪਣੀ ਨੌਲੇਜ ਆ ਜਿਹੜੀ ਉਹਨੂੰ ਐਪਲੀਕੇਸ਼ਨ ਕਰਨਾ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਏ, ਨਰਮਦਾ। ਇਸੇ ਤਰ੍ਹਾਂ ਸਾਡੇ ਕੋਲ ਨੈਕਸਟ ਕੁਐਸਚਨ ਹੈ 42 ਘੱਗਰ ਅਤੇ ਲੂਣੀ ਨਦੀ ਭਾਰਤ ਦੇ ਕਿਹੜੀ ਨਦੀ ਤੰਤਰ ਦਾ ਹਿੱਸਾ ਹਨ? ਘੱਗਰ ਐਂਡ ਲੂਣੀ ਰਿਵਰਸ ਆਰ ਪਾਰਟ ਆਫ ਵਿਚ ਰਿਵਰ ਸਿਸਟਮ ਆਫ ਇੰਡੀਆ। ਅਸੀਂ ਦੱਸਣਾ ਕਿ ਕਿਹੜੇ ਸਿਸਟਮ ਦਾ ਇਹ ਹਿੱਸਾ ਹਨ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ, ਅੰਦਰੂਨੀ ਜਲ ਤੰਤਰ। ਜਿਹੜੀਆਂ ਇਹ ਨਦੀਆਂ ਨੇ ਇਹ ਸਮੁੰਦਰ ਦੇ ਵਿੱਚ ਨਹੀਂ ਜਾਂਦੀਆਂ, ਇਹ ਰਸਤੇ ਦੇ ਵਿੱਚ ਹੀ ਅਲੋਪ ਹੋ ਜਾਂਦੀਆਂ ਹਨ। ਅਸੀਂ ਪਹਿਲਾਂ ਵੀ ਡਿਸਕਸ ਕਰਿਆ ਸੀ ਕਿ ਅੰਦਰੂਨੀ ਜਲ ਤੰਤਰ ਵਾਲੀਆਂ ਨਦੀਆਂ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਸਮੁੰਦਰ ਦੇ ਵਿੱਚ ਨਹੀਂ ਡਿੱਗਦੀਆਂ, ਰਸਤੇ ਦੇ ਵਿੱਚ ਹੀ ਅਲੋਪ ਹੋ ਜਾਂਦੀਆਂ ਹਨ। ਸੋ ਇਸ ਲਈ ਜਿਹੜੀ ਆ ਘੱਗਰ ਅਤੇ ਲੂਣੀ ਰਿਵਰ ਨੇ ਉਹ ਭਾਰਤ ਦੇ ਅੰਦਰੂਨੀ ਜਲ ਤੰਤਰ ਨਦੀ ਤੰਤਰ ਦਾ ਹਿੱਸਾ ਹਨ। 43 ਕਿਹੜਾ ਦਰਿਆ ਮਾਨਸਰੋਵਰ ਲਾਗੇ ਰਕਸਤਾਲ ਝੀਲ ਵਿੱਚੋਂ ਨਿਕਲਦਾ ਹੈ? ਵਿਚ ਰਿਵਰ ਓਰੀਜਨੇਟ ਫਰੋਮ ਰਕਸਤਾਲ ਨੀਅਰ ਮਾਨਸਰੋਵਰ ਲੇਕ। ਹੁਣ ਅਸੀਂ ਦੱਸਣਾ ਕਿ ਮਾਨਸਰੋਵਰ ਜਿਹੜੇ ਲਾਗੇ ਇੱਕ ਰਕਸਤਾਲ ਝੀਲ ਦੇ ਵਿੱਚੋਂ ਕਿਹੜਾ ਦਰਿਆ ਨਿਕਲਦਾ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਸਤਲੁਜ। ਸਤਲੁਜ ਦਰਿਆ ਜਿਹੜਾ ਇੱਥੋਂ ਨਿਕਲਦਾ ਹੈ। ਫਿਰ ਅਸੀਂ 45 ਦੇਖਦੇ ਹਾਂ। 44 ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕੀ ਕਹਿੰਦੇ ਹਨ? What is the name of fast moving winds in the upper atmosphere after an altitude of 3 kilometer above the ground? ਗਰਾਊਂਡ ਤੋਂ ਜਿਹੜੀ ਹੈ ਕਾਫੀ ਜ਼ਿਆਦਾ ਉਚਾਈ 'ਤੇ 3 ਕਿਲੋਮੀਟਰ ਉੱਪਰ ਹਵਾਵਾਂ ਵਹਿੰਦੀਆਂ ਨੇ, ਜਿਨ੍ਹਾਂ ਦੀ ਗਤੀ ਕੀ ਹੁੰਦੀ ਹੈ, ਕਾਫੀ ਜ਼ਿਆਦਾ ਤੇਜ਼ ਹੁੰਦੀ ਹੈ। ਇਸ ਤਰ੍ਹਾਂ ਦੀ ਹਵਾਵਾਂ ਨੂੰ ਅਸੀਂ ਕੀ ਕਹਿੰਦੇ ਹਾਂ? ਮੈਂਗੋ ਸੋਵਰ ਇਹ ਵੀ ਨਹੀਂ ਹੈਗਾ, ਬਰਸਟ ਆਫ ਮਾਨਸੂਨ ਇਹ ਵੀ ਨਹੀਂ ਹੈ, ਜੈਟ ਸਟਰੀਮ ਇਹ ਹੈ ਜੈਟ ਸਟਰੀਮ, ਸਾਈਕਲੋਨ ਇਹ ਹੋਰ ਚੀਜ਼ ਹੈ। ਅਤੇ ਜਿਹੜੀ ਜੈਟ ਸਟਰੀਮ ਹਵਾਵਾਂ ਨੇ ਇਹ ਧਰਤੀ ਤੋਂ 3 ਕਿਲੋਮੀਟਰ ਦੀ ਉਚਾਈ 'ਤੇ ਵਹਿੰਦੀਆਂ ਨੇ ਵੈਸਟ ਤੋਂ ਈਸਟ ਵੱਲ, ਅਤੇ ਇਹਨਾਂ ਦੀ ਜਿਹੜੀ ਗਤੀ ਹੁੰਦੀ ਹੈ ਕਾਫੀ ਜ਼ਿਆਦਾ ਤੇਜ਼ ਹੁੰਦੀ ਹੈ। ਭਾਰਤੀ ਜਿਹੜੇ ਮੌਸਮ ਨੇ ਇਹ ਹਵਾਵਾਂ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਇਸ ਤੋਂ ਅੱਗੇ ਹੈ 45 ਚਿਲੀ ਦੇ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਹੜੀ ਸਮੁੰਦਰੀ ਧਾਰਾ ਵਹਿੰਦੀ ਹੈ? ਤਾਂ ਅਸੀਂ ਦੇਖਦੇ ਹਾਂ ਕਿ ਜੋ ਸਾਡਾ ਸਾਊਥ ਅਮੈਰੀਕਾ ਹੈ ਉੱਥੇ ਇੱਕ ਦੇਸ਼ ਹੈ ਜਿਸ ਦਾ ਨਾਮ ਕੀ ਹੈ, ਚਿਲੀ। ਤਾਂ ਉਹਦੇ ਨਾਲ ਜਿਹੜਾ ਉੱਥੇ ਦਾ ਕੋਸਟ ਹੈ, ਜਿਸ ਦੇ ਉੱਥੇ ਦੇਖਦੇ ਹਾਂ ਕਿ ਉੱਥੇ ਪ੍ਰਸ਼ਾਂਤ ਮਹਾਸਾਗਰ ਆ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ। ਉੱਥੇ ਇੱਕ ਸਮੁੰਦਰੀ ਧਾਰਾ ਵਹਿੰਦੀ ਹੈ ਵਿਚ ਓਸ਼ਨ ਕਰੰਟ ਫਲੋਜ਼ ਇਨ ਦਾ ਕੋਸਟ ਆਫ ਚਿਲੀ ਇਨ ਪੈਸੀਫਿਕ ਓਸ਼ਨ। ਉਸ ਦਾ ਅਸੀਂ ਨਾਮ ਦੱਸਣਾ ਹੈ। ਖਾੜੀ ਦੀ ਧਾਰਾ ਜਾਂ ਲੈਬਰੇਡਾਰ ਦੀ ਧਾਰਾ, ਐਲ ਨੀਨੋ ਸਮੁੰਦਰੀ ਧਾਰਾ ਜਾਂ ਬ੍ਰਾਜ਼ੀਲ ਦੀ ਧਾਰਾ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਐਲ ਨੀਨੋ ਦੀ ਧਾਰਾ। ਹੁਣ ਐਲ ਨੀਨੋ ਕੀ ਆ? ਐਲ ਨੀਨੋ ਜਿਸ ਸਮੁੰਦਰੀ ਧਾਰਾ ਇੱਕ ਓਸ਼ਨ ਕਰੰਟ ਹੈ ਜਿਹੜੀ ਕੀ ਆ ਵਾਰਮ ਹੈ, ਕਾਫੀ ਜ਼ਿਆਦਾ ਜਿਹੜੀ ਹੈ ਗਰਮ ਧਾਰਾ ਹੈ। ਇਹ ਧਾਰਾ ਜਿਹੜੀ ਹੈ ਦਸੰਬਰ ਮੰਥ ਦੇ ਵਿੱਚ ਕਈ ਸਾਲਾਂ ਬਾਅਦ ਆ ਜਿਹੜੀ ਚਿਲੀ ਦੇ ਤੱਟ ਦੇ ਨੇੜੇ ਆ ਜਿਹੜੀ ਦੇਖਣ ਨੂੰ ਮਿਲਦੀ ਹੈ। ਇਸ ਦੇ ਨਾਲ ਕੀ ਹੁੰਦਾ, ਜਿਹੜਾ
ਪ੍ਰਸ਼ਾਂਤ ਮਹਾਸਾਗਰ ਦਾ ਜੋ ਜਲਵਾਯੂ ਹੈ ਕਾਫੀ ਜ਼ਿਆਦਾ ਇਸ ਧਾਰਾ ਦੇ ਦੁਆਰਾ ਜਿਹੜਾ ਹੈਗਾ ਅਫੈਕਟਡ ਹੁੰਦਾ ਹੈ। ਤਾਂ ਇਹ ਕੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਚੀਲੀ ਦੇ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਹੜੀ ਸਮੁੰਦਰੀ ਧਾਰਾ ਵਹਿੰਦੀ ਹੈ। ਇਸ ਦਾ ਸਹੀ ਆਨਸਰ ਆਪਸ਼ਨ ਸੀ, ਐਲ ਨੀਨੋ ਦੀ ਧਾਰਾ। ਇਸ ਤਰ੍ਹਾਂ ਦੇ ਸਵਾਲ ਵੀ ਐਗਜ਼ਾਮੀਨਰ ਆ ਜਿਹੜਾ ਪੁੱਛ ਸਕਦਾ ਹੈ। ਅਤੇ ਇਹ ਕੀ ਆ, ਵਾਰਮ ਜਿਹੜੀ ਓਸ਼ਨ ਕਰੰਟ ਹੈ। ਤੋ ਅਗਲੇ ਵੀਡੀਓ ਦੇ ਵਿੱਚ ਅਸੀਂ 46 ਜਿਹੜੇ ਹੈਗੇ ਨੇ ਕੁਐਸਚਨ ਤੋਂ ਸ਼ੁਰੂ ਕਰਾਂਗੇ। ਥੈਂਕ ਯੂ।